सत श्री अकाल, नमस्कार, आदाब। अज दे इस एपीसोड दे विच आपां गल करांगे इंसोमनिया दे बारे, यानी नींद ना आउणा ते उस दा ज्योतिष दे नाल ते वास्तु दे नाल की संबंध है, की पता लग सकदा आ बर्थ चार्ट तो, जिन्हों आपां कुंडली कह दिंदे आ कि इस व्यक्ति नूं इह प्रॉब्लम आ सकदी आ। किहड़े किहड़े प्लैनेट इहदे लई जिम्मेवार हुंदे आ ते किवें आपां इहदा सुधार कर सकदे आ। ਜਦੋਂ ਅਸੀਂ ਇਨਸੋਮਨੀਆ ਦੀ ਗੱਲ ਕਰਦੇ ਹਾਂ, ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਅਨੀਦਰਾ ਦਾ ਰੋਗ ਜਾਂ ਨੀਂਦ ਨਾ ਆਉਣਾ, ਇਹ ਰੋਗ ਜਿਹੜਾ ਆ ਇਹਦੇ ਵਿੱਚ ਜਿਹੜਾ ਵੀ ਵਿਅਕਤੀ ਹੈ ਉਸ ਨੂੰ ਤਿੰਨ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਆ। ਇਹ ਸਲੀਪ ਡਿਸਆਰਡਰ ਹੁੰਦਾ ਕਿ ਜਾਂ ਤਾਂ ਨੀਂਦ ਬਿਲਕੁਲ ਨਾ ਆਉਣੀ ਜਾਂ ਘੱਟ ਸਮੇਂ ਲਈ ਆਉਣੀ ਤੇ ਫਿਰ ਮਗਰੋਂ ਜਦੋਂ ਇੱਕ ਵਾਰ ਅੱਖ ਖੁੱਲ ਜੇ ਤਾਂ ਮੁੜ ਕੇ ਨੀਂਦ ਨਾ ਆਉਣੀ, ਜਾਂ ਫਿਰ ਇੰਟਰਪਟਿਡ ਨੀਂਦ ਆਉਣੀ, ਯਾਨੀ ਬਾਰ-ਬਾਰ ਨੀਂਦ ਦਾ ਟੁੱਟਣਾ ਤੇ ਥੋੜੀ ਦੇਰ ਲਈ ਸੋਣਾ ਫਿਰ ਨੀਂਦ ਆਉਣਾ। ਇਸ ਤਰ੍ਹਾਂ ਨਾਲ ਸਾਰੀ ਰਾਤ, ਜਿਵੇਂ ਕਹਿ ਦਿੰਦੇ ਆ ਕਈ ਲੋਕ ਵੀ, ਪਾਸੇ ਮਾਰਦਿਆਂ ਰਾਤ ਲੰਘ ਗਈ ਤੇ ਸਵੇਰੇ ਉੱਠਣ ਤੇ ਬੰਦਾ ਜਿਹੜਾ ਹੈਗਾ ਆ ਉਹ ਵਿਅਕਤੀ ਟਾਇਰਡ ਫੀਲ ਕਰਦਾ। ਜਦੋਂ ਆਪਾਂ ਆਮ ਜੀਵਨ 'ਚ ਗੱਲ ਕਰਦੇ ਹਾਂ, ਜਿਵੇਂ ਭੋਜਨ ਆਪਣੇ ਲਈ ਜ਼ਰੂਰੀ ਹੈ, ਰਿਹਾਇਸ਼ ਜ਼ਰੂਰੀ ਹੈ, ਉਸੇ ਤਰ੍ਹਾਂ ਇੱਕ ਹੈਲਦੀ ਪਰਸਨ ਦੇ ਲਈ ਨੀਂਦ ਵੀ ਜ਼ਰੂਰੀ ਆ। ਸੋ ਜਦੋਂ ਆਪਾਂ ਜੋਤਿਸ਼ ਦੇ ਵਿੱਚ ਇਸ ਦੀ ਗੱਲ ਕਰਦੇ ਹਾਂ ਤਾਂ ਕਈ ਜਿਹੜੇ ਪਲੈਨਟ ਨੇ ਉਹ ਇਹਦੇ ਲਈ ਜ਼ਿੰਮੇਵਾਰ ਹੁੰਦੇ ਆ। ਅਸੀਂ ਇੱਕ ਪਲੈਨਟ ਨੂੰ ਕਦੇ ਵੀ ਜ਼ਿੰਮੇਵਾਰ ਨਹੀਂ ਮੰਨ ਸਕਦੇ। ਜਿੰਨੇ ਸਾਇੰਟਿਸਟ ਨੇ ਉਹ ਵੀ ਇਹ ਮੰਨਦੇ ਨੇ ਕਿ ਜਿਹੜੀ ਵਿਅਕਤੀ ਦੀ ਇੰਟਰਨਲ ਬਾਇਓਲੋਜੀਕਲ ਕਲੌਕ ਹੁੰਦੀ ਆ, ਯਾਨੀ ਆਪਣੇ ਅੰਦਰ ਇੱਕ ਬਾਇਓਲੋਜੀਕਲ ਘੜੀ ਜਿਹੜੀ ਹੁੰਦੀ ਆ, ਉਹ ਚੰਦਰਮਾ ਨਾਲ ਲਿੰਕਡ ਹੈਗੀ ਆ। ਸੋ ਇਸੇ ਕਰਕੇ ਕਈ ਵਿਅਕਤੀਆਂ ਨੂੰ ਪੂਰਨਮਾਸ਼ੀ ਦੇ ਨੇੜੇ ਜਦੋਂ ਫੁੱਲ ਮੂਨ ਹੁੰਦਾ ਆ ਤਾਂ ਉਹਨਾਂ ਨੂੰ ਜ਼ਿਆਦਾ ਨੀਂਦ ਆਉਂਦੀ ਆ, ਕਈਆਂ ਨੂੰ ਬਿਲਕੁਲ ਨੀਂਦ ਨਹੀਂ ਆਉਂਦੀ। ਸੋ ਜਿਹੜੀ ਨੀਂਦ ਹੈਗੀ, ਕਈ ਵਾਰ ਇਹ ਜਿਹੜੇ ਚੰਦਰਮਾ ਦੀਆਂ ਕਲਾਵਾਂ ਹੁੰਦੀਆਂ, ਜਾਂ ਆਪਾਂ ਇਹਨੂੰ ਇੰਗਲਿਸ਼ 'ਚ ਫੇਜ਼ਿਸ ਆਫ ਮੂਨ ਕਹਿ ਦਿੰਦੇ ਆ, ਉਹਦੇ ਨਾਲ ਕਾਫੀ ਜ਼ਿਆਦਾ ਸਾਡੀ ਜਿਹੜੀ ਨੀਂਦ ਆ ਉਹ ਰਿਲੇਟਿਡ ਹੁੰਦੀ ਆ। ਪਰ ਇਸ ਦੇ ਨਾ ਆਉਣ ਦੇ ਜਾਂ ਘੱਟ ਨੀਂਦ ਆਉਣ ਦੇ ਕਾਰਨ ਜਿਹੜੇ ਨੇ ਉਹ ਕੀ ਹੋ ਸਕਦੇ ਆ। ਇੱਕ ਤਾਂ ਵੈਸੇ ਜਨਰਲ, ਜਿਵੇਂ ਕਿਸੇ ਦਾ ਲਾਈਫ ਸਟਾਈਲ ਹੈਗਾ ਕਿ ਦਿਨੇ ਸਾਰਾ ਦਿਨ ਭੁੱਖੇ ਰਹੇ, ਰਾਤ ਨੂੰ ਜ਼ਿਆਦਾ ਖਾ ਲਿਆ, ਗੁੱਡ ਈਟਿੰਗ ਹੈਬਿਟਸ ਨਾ ਹੋਣੀਆਂ, ਜਾਂ ਜ਼ਿਆਦਾ ਰਾਤ ਨੂੰ ਸੌਣ ਤੋਂ ਪਹਿਲਾਂ ਹੈਵੀ ਅਤੇ ਸ਼ੂਗਰੀ ਫੂਡ ਖਾ ਲੈਣਾ, ਜਾਂ ਦਿਨੇ ਕੰਮ ਘੱਟ ਕਰਨਾ, ਜਿਹਨੂੰ ਆਪਾਂ ਫਿਜ਼ੀਕਲ ਲੇਬਰ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਆਪਣੇ ਜਿਹੜਾ ਨੇਟਲ ਚਾਰਟ ਹੁੰਦਾ ਹੈ, ਜਾਂ ਆਪਾਂ ਜਿਸ ਨੂੰ ਬਰਥ ਚਾਰਟ ਕਹਿੰਦੇ ਹਾਂ, ਉਸ ਦੇ ਵਿੱਚ ਗ੍ਰਹਿਾਂ ਦੀ ਜਿਹੜੀ ਸਥਿਤੀ ਆ ਉਹ ਕਿਵੇਂ ਸਾਡੀ ਨੀਂਦ ਨੂੰ ਨਿਰਧਾਰਿਤ ਕਰਦੀ ਆ। ਹਰੇਕ ਕੁੰਡਲੀ ਦੇ ਵਿੱਚ ਜਦੋਂ ਵੀ ਆਪਾਂ ਟੇਵਾ ਜਾਂ ਜਿਹਨੂੰ ਪੱਤਰੀ ਕਹਿ ਦਿੰਦੇ ਆ, ਜਿਹੜਾ 12ਵਾਂ ਖਾਨਾ ਹੁੰਦਾ ਉਹ ਖਰਚ ਦਾ ਵੀ ਹੁੰਦਾ ਤੇ ਆਪਣੀ ਨੀਂਦ ਦਾ ਵੀ ਹੁੰਦਾ ਆ। ਸੋ ਜਦੋਂ ਕੋਈ ਵੀ ਪਲੈਨਟ ਜਿਹੜਾ ਆ ਉਹ 12ਵੇਂ ਖਾਨੇ 'ਚ ਹੋਵੇ, ਉਹ ਅਲੱਗ-ਅਲੱਗ ਤਰ੍ਹਾਂ ਦੇ ਫਲ ਦਿੰਦਾ ਹੈ। ਅਤੇ ਕਈ ਪਲੈਨਟ ਜਦੋਂ 12ਵੇਂ ਖਾਨੇ 'ਚ ਹੁੰਦੇ ਆ ਕੁੰਡਲੀ ਦੇ, ਤਾਂ ਉਦੋਂ ਉਹ ਨੀਂਦ ਨੂੰ ਪ੍ਰਭਾਵਿਤ ਕਰਦੇ ਆ। ਇਸ ਤੋਂ ਇਲਾਵਾ ਜੇਕਰ ਜਿਹੜਾ 12ਵੇਂ ਖਾਨੇ ਦਾ ਮਾਲਕ ਹੈ, ਜਿਵੇਂ ਕੋਈ ਵੀ ਆਪਾਂ ਕੁੰਡਲੀ ਲੈਂਦੇ ਹਾਂ, ਉਹਦੇ ਵਿੱਚ ਹਰੇਕ ਜਿਹੜਾ 12ਵਾਂ ਖਾਨਾ ਉਹਦਾ ਕੋਈ ਨਾ ਕੋਈ ਪ੍ਰਤੀਨਿਧ ਗ੍ਰਹਿ ਹੁੰਦਾ ਆ। ਸੋ 12ਵੇਂ ਖਾਨੇ ਦਾ ਪ੍ਰਤੀਨਿਧ ਗ੍ਰਹਿ ਆ ਜਿਹੜਾ ਉਹ ਅਲੱਗ-ਅਲੱਗ ਕੁੰਡਲੀਆਂ ਵਿੱਚ ਅਲੱਗ-ਅਲੱਗ ਤਰ੍ਹਾਂ ਨਾਲ ਹੁੰਦਾ। ਜਿਵੇਂ ਮੇਸ਼ ਲਗਨ ਦੀ ਕੁੰਡਲੀ ਆ, 1 ਦੇ ਅੰਕ ਤੋਂ ਸਟਾਰਟ ਹੋਈ ਤਾਂ 12ਵਾਂ ਖਾਨੇ ਦਾ ਮਾਲਕ ਗੁਰੂ ਹੈ। ਸੋ ਇਸੇ ਤਰ੍ਹਾਂ ਨਾਲ ਸਾਰੀਆਂ ਕੁੰਡਲੀਆਂ ਦੇ ਵਿੱਚ ਅਲੱਗ-ਅਲੱਗ ਜਿਹੜੇ ਪਲੈਨਟਸ ਆ ਉਹ ਜ਼ਿੰਮੇਵਾਰ ਹੋ ਸਕਦੇ ਆ। ਜਦੋਂ ਵੀ 12ਵੇਂ ਖਾਨੇ ਦਾ ਜਿਹੜਾ ਸਵਾਮੀ ਗ੍ਰਹਿ ਹੈਗਾ ਉਹ ਐਫਲਿਕਟਿਡ ਹੋਵੇ, ਜਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਪਾਪ ਪੀੜਿਤ ਹੋਵੇ, ਜਾਂ ਪਾਪ ਗ੍ਰਹਿਾਂ ਦੇ ਨਾਲ ਬੈਠਾ ਹੋਵੇ, ਜਾਂ 12ਵੇਂ ਖਾਨੇ 'ਚ ਚੰਦਰਮਾ ਹੋਵੇ, ਜਾਂ ਚੰਦਰਮਾ ਐਫਲਿਕਟਿਡ ਹੋਵੇ, ਤੇ ਜੇ ਦੋਵੇਂ ਹੀ ਐਫਲਿਕਟਿਡ ਹੈਗੇ ਆ, ਦੋਵੇਂ ਪਾਪ ਪ੍ਰਭਾਵ ਦੇ ਅੰਦਰ ਹੈ, ਫਿਰ ਤਾਂ ਸਥਿਤੀ ਹੋਰ ਵੀ ਮਾੜੀ ਹੋ ਜਾਂਦੀ ਹੈ। ਸੋ ਇਸ ਤਰੀਕੇ ਨਾਲ ਜਦੋਂ ਪੱਕੀ ਕੁੰਡਲੀ ਦੇ ਵਿੱਚ ਕੋਈ ਗ੍ਰਹਿ ਇੱਦਾਂ ਦਾ ਬੈਠਾ ਜਿਹੜਾ 12ਵੇਂ ਖਾਨੇ ਨੂੰ ਪ੍ਰਭਾਵਿਤ ਕਰ ਰਿਹਾ, ਜਾਂ ਮੂਨ ਨੂੰ ਪ੍ਰਭਾਵਿਤ ਕਰ ਰਿਹਾ, ਚੰਦਰਮਾ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਾਂ ਜਦੋਂ ਗੋਚਰ ਦੇ ਵਿੱਚ ਕੋਈ ਪਲੈਨਟ ਜਿਹੜੇ ਹੈਗੇ ਉਹ ਇਸ ਤਰੀਕੇ ਨਾਲ ਆ ਜਾਂਦੇ ਨੇ ਕਿ ਉਹ ਨੀਂਦ ਨੂੰ ਪ੍ਰਭਾਵਿਤ ਕਰਦੇ ਆ। ਹਰੇਕ ਪਲੈਨਟ ਇੱਥੇ ਥੋੜ੍ਹਾ ਬਹੁਤ ਪ੍ਰਭਾਵਿਤ ਜ਼ਰੂਰ ਕਰਦਾ। ਜਿਵੇਂ ਸੂਰਿਆ ਹੈਗਾ 12ਵੇਂ ਖਾਨੇ ਦੇ ਵਿੱਚ ਆ ਜਾਵੇ ਤਾਂ ਇਹ ਇੱਕ ਪਾਪੀ ਗ੍ਰਹਿ ਮੰਨਿਆ ਜਾਂਦਾ। ਜਿਹੜਾ ਸੂਰਿਆ 12ਵੇਂ ਖਾਨੇ ਦੇ ਵਿੱਚ, ਭਾਵੇਂ ਇਹ ਵਿਦੇਸ਼ ਯਾਤਰਾਵਾਂ ਬਹੁਤ ਕਰਵਾਉਂਦਾ, ਪਰ ਨਾਲ ਹੀ ਇਹ ਨੀਂਦ ਨੂੰ ਵੀ ਪ੍ਰਭਾਵਿਤ ਕਰਦਾ।
ਚੰਦਰਮਾ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਕਿਉਂਕਿ ਚੰਦਰਮਾ ਸਾਡੇ ਮਨ ਦਾ ਕਾਰਕ ਹੈ, ਮਨ ਦੀ ਸ਼ਾਂਤੀ ਦਾ ਕਾਰਕ ਹੈ। ਜਦੋਂ ਕਿਸੇ ਵਿਅਕਤੀ ਦਾ ਜਿਹੜਾ ਮਨ ਦਾ ਕਾਰਕ ਚੰਦਰਮਾ ਹੈ ਉਹ ਪਾਪ ਪੀੜਤ ਹੋਵੇ, ਰਾਹੂ ਨਾਲ, ਸ਼ਨੀ ਨਾਲ ਜਾਂ ਕੇਤੂ ਨਾਲ ਬੈਠਾ ਹੋਵੇ ਜਾਂ ਆਪਣੀ ਨੀਚ ਰਾਸ਼ੀ ਦੇ ਵਿੱਚ ਹੋਵੇ ਤਾਂ ਫਿਰ ਉਹ ਬਹੁਤ ਜ਼ਿਆਦਾ ਨੀਂਦ ਨੂੰ ਪ੍ਰਭਾਵਿਤ ਕਰਦਾ। ਇਸ ਤੋਂ ਇਲਾਵਾ ਜਿਹੜਾ ਮੰਗਲ ਗ੍ਰਹਿ ਹੈਗਾ, ਜੇਕਰ ਇਹ 12ਵੇਂ ਖਾਨੇ ਹੋਵੇ ਤਾਂ ਵੀ ਬੰਦੇ ਦੀ ਜਿਹੜੀ ਨੀਂਦ ਆ ਉਹ ਬਾਰ-ਬਾਰ ਖਰਾਬ ਹੁੰਦੀ ਆ। ਇਸੇ ਤਰ੍ਹਾਂ ਨਾਲ 12ਵੇਂ ਖਾਨੇ 'ਚ ਬੈਠਾ ਬੁੱਧ ਇਹ ਇਕੱਲਾ ਇੰਨੀ ਨੀਂਦ ਨੂੰ ਖਰਾਬ ਨਹੀਂ ਕਰਦਾ, ਪਰ ਜਦੋਂ ਬੁੱਧ ਮੰਗਲ ਦੇ ਨਾਲ ਬੈਠਾ ਹੋਵੇ ਤਾਂ ਇਹ ਵੀ ਪ੍ਰਭਾਵਿਤ ਕਰਦਾ। ਗੁਰੂ ਜੇਕਰ 12ਵੇਂ ਖਾਨੇ 'ਚ ਹੋਵੇ, ਜਿਸ ਨੂੰ ਆਪਾਂ ਜੁਪੀਟਰ ਕਹਿ ਦਿੰਦੇ ਹਾਂ, ਜੁਪੀਟਰ 12ਵੇਂ ਖਾਨੇ 'ਚ ਬੈਠਾ ਹੋਵੇ ਇਹ ਨੀਂਦ ਨੂੰ ਇੰਨਾ ਪ੍ਰਭਾਵਿਤ ਨਹੀਂ ਕਰਦਾ, ਪਰ ਜੇਕਰ ਇਹਦੀ ਦ੍ਰਿਸ਼ਟੀ 12ਵੇਂ ਖਾਨੇ 'ਤੇ ਪੈ ਰਹੀ ਹੋਵੇ ਤਾਂ ਇਹ ਵੀ ਨੀਂਦ ਨੂੰ ਪ੍ਰਭਾਵਿਤ ਕਰਦਾ। ਇਸੇ ਤਰ੍ਹਾਂ ਸ਼ਨੀ ਤੇ ਕੇਤੂ ਵੀ ਨੀਂਦ ਨੂੰ ਪ੍ਰਭਾਵਿਤ ਕਰਦੇ ਆ। ਜਿਹੜਾ ਰਾਹੂ ਹੈ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ। ਜਿਵੇਂ ਚੰਦਰਮਾ ਤੇ ਰਾਹੂ ਇਹ ਇਕੁਅਲੀ ਰਿਸਪੌਂਸੀਬਲ ਹੁੰਦੇ ਆ ਕਿਸੇ ਦੀ ਨੀਂਦ ਨੂੰ ਪ੍ਰਭਾਵਿਤ ਕਰਨ ਲਈ। ਔਰ ਰਾਹੂ ਜਦੋਂ ਵੀ 12ਵੇਂ ਆਉਂਦਾ ਹੈਗਾ ਉਸ ਨੇ ਨੀਂਦ ਪ੍ਰਭਾਵਿਤ ਕਰਨੀ ਹੀ ਹੁੰਦੀ ਆ। ਇਸ ਵੇਲੇ ਜਿਹੜੇ ਮਿਥਨ ਲਗਨ ਵਾਲੇ ਨੇ, ਜੈਮਨੀ ਨੇ, ਉਹਨਾਂ ਦੇ ਜਿਹੜਾ ਰਾਹੂ ਹੈਗਾ ਉਹ 12ਵੇਂ ਚੱਲ ਰਿਹਾ। ਸੋ ਉਹਨਾਂ ਦੀ ਨੀਂਦ ਜਿਹੜੀ ਪਿਛਲੇ ਆਲਮੋਸਟ 1.5 ਸਾਲ ਤੋਂ, ਜੇ ਆਪਾਂ ਕਹੀਏ ਸੈਪਟੈਂਬਰ 2020 ਤੋਂ ਘਟੀ ਹੋਈ ਸੀ, ਤੇ ਹੁਣ 12 ਅਪ੍ਰੈਲ ਤੱਕ ਇਹੀ ਸਥਿਤੀ ਰਹਿਣੀ ਹੈ। 12 ਅਪ੍ਰੈਲ ਤੋਂ ਬਾਅਦ ਜਦੋਂ ਰਾਹੂ ਕੇਤੂ ਨੇ ਰਾਸ਼ੀ ਚੇਂਜ ਕਰਨੀ ਹੈ ਤਾਂ ਜਿਹੜੇ ਟੌਰਸ ਵਾਲੇ ਨੇ, ਬ੍ਰਿਸ਼ਵ ਰਾਸ਼ੀ ਵਾਲੇ, ਉਹਨਾਂ ਦੇ 12ਵੇਂ ਖਾਨੇ 'ਚ ਰਾਹੂ ਨੇ ਆ ਜਾਣਾ ਤੇ ਉਹਨਾਂ ਦੀ ਨੀਂਦ ਹੈ ਜਿਹੜੀ ਉਹ ਆਪਣੇ ਆਪ ਘਟ ਜਾਣੀ ਆ। ਸੋ ਇਸ ਤਰ੍ਹਾਂ ਜਿਹੜੇ ਪਲੈਨਟ ਨੇ ਉਹ ਪ੍ਰਭਾਵਿਤ ਕਰਦੇ ਆ। ਤੇ ਚੰਦਰਮਾ ਇੱਕ ਬਹੁਤ ਹੀ ਫਾਸਟ ਮੂਵਿੰਗ ਗ੍ਰਹਿ ਹੈਗਾ। ਇਹ ਇੱਕ ਰਾਸ਼ੀ 'ਚ 2.25 ਦਿਨ ਦੇ ਕਰੀਬ ਰਹਿੰਦਾ ਆ। ਤਾਂ ਇਹ ਜਿਵੇਂ ਜਿਵੇਂ ਜਦੋਂ ਵੀ 12ਵੇਂ ਖਾਨੇ 'ਚ ਆਉਂਦਾ ਉਦੋਂ ਤੁਹਾਡੀ ਨੀਂਦ ਹੈ ਜਿਹੜੀ ਉਹ ਬਹੁਤ ਖਰਾਬ ਹੁੰਦੀ ਆ। ਕੇਤੂ ਜਿਹੜਾ ਹੈਗਾ ਜਦੋਂ ਇਹ 12ਵੇਂ ਖਾਨੇ 'ਚ ਆਵੇ ਤਾਂ ਵਿਅਕਤੀ ਨੂੰ ਪਰਮਾਤਮਾ ਨਾਲ ਵੀ ਜੋੜਦਾ ਔਰ ਨਾਲ ਹੀ ਨੀਂਦ ਨੂੰ ਵੀ ਘੱਟ ਕਰਦਾ। ਤੁਸੀਂ ਦੇਖਿਆ ਹੋਣਾ ਕਈ ਲੋਕ ਜਦੋਂ ਰਾਤ ਨੂੰ ਉਹਨਾਂ ਦੀ ਨੀਂਦ ਖਰਾਬ ਹੋ ਜਾਂਦੀ ਹੈ ਤਾਂ ਫਿਰ ਉਹ ਮੁੜ ਕੇ ਸੌਂਦੇ ਨਹੀਂ ਤੇ ਦੁਬਾਰਾ ਉਹ ਸ਼ਾਵਰ ਵਗੈਰਾ ਲੈ ਕੇ ਨਹਾ ਧੋ ਕੇ ਫਿਰ ਉਹ ਪਾਠ 'ਤੇ ਬੈਠ ਜਾਂਦੇ ਨੇ। ਸੋ ਇਹ 12ਵੇਂ ਖਾਨੇ 'ਚ ਕੇਤੂ ਦਾ ਪ੍ਰਭਾਵ ਹੁੰਦਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਵਾਸਤੂ ਦਾ ਕੀ ਅਸਰ ਪੈਂਦਾ ਸਾਡੀ ਨੀਂਦ 'ਤੇ। ਵਾਸਤੂ ਜਿਹੜਾ ਹੈਗਾ ਸਾਡੇ ਆਲੇ ਦੁਆਲੇ ਨਾਲ, ਸਾਡੀ ਜਿਹੜੀ ਆਲੇ ਦੁਆਲੇ ਦੀ ਐਨਰਜੀ ਹੈਗੀ, ਜਿਵੇਂ ਆਪਾਂ ਬ੍ਰਹਿਮੰਡ ਦੀ ਐਨਰਜੀ ਕਹਿ ਦਿੰਦੇ ਹਾਂ, ਕਿਉਂਕਿ 5 ਤੱਤਾਂ ਤੋਂ ਸਾਡਾ ਸਰੀਰ, ਆਪਾਂ ਐਲੀਮੈਂਟਸ ਜਿਹੜੇ ਆਪਾਂ 5 ਮਹਾਭੂਤ ਕਹਿ ਦਿੰਦੇ ਹਾਂ, ਐਲੀਮੈਂਟਸ ਤਾਂ ਉਹੀ ਨੇ ਸਾਡੀ ਬਾਡੀ 'ਚ ਜੋ ਆਪਣੇ ਆਲੇ ਦੁਆਲੇ ਬ੍ਰਹਿਮੰਡ ਦੇ ਵਿੱਚ ਹੈਗੇ ਆ। ਜਦੋਂ ਅਸੀਂ ਮੇਨ 5 ਮਹਾਭੂਤਾਂ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਪਾਣੀ, ਅਗਨੀ, ਨਾਲ ਹੀ ਹਵਾ, ਜਿਹੜਾ ਆਕਾਸ਼ ਤੱਤਵ ਹੈਗਾ ਆ, ਇਹ ਸਾਰੇ ਤੱਤ ਜਿਹੜੇ ਨੇ ਇਹ ਮਿਲ ਕੇ ਸਾਡੀ ਬਾਡੀ ਨੂੰ ਵੀ ਬਣਾਉਂਦੇ ਨੇ, ਸਾਡੇ ਆਲੇ ਦੁਆਲੇ ਨੂੰ ਵੀ ਬਣਾਉਂਦੇ ਨੇ। ਜਦੋਂ ਸਾਡੇ ਆਲੇ ਦੁਆਲੇ ਦੇ ਵਿੱਚ ਜਾਂ ਸਾਡੇ ਰਿਹਾਇਸ਼ੀ ਸਥਾਨ ਦੇ ਵਿੱਚ ਜਾਂ ਆਪਣੀ ਸੌਣ ਵਾਲੀ ਜਗ੍ਹਾ 'ਤੇ ਕਿਸੇ ਨਾ ਕਿਸੇ ਤੱਤ ਦੀ ਘਾਟ ਹੋ ਜਾਂਦੀ ਹੈ ਤਾਂ ਇਹ ਵੀ ਨੀਂਦ ਨੂੰ ਪ੍ਰਭਾਵਿਤ ਕਰਦੇ ਆ। ਖਾਸ ਕਰਕੇ ਜਿਨ੍ਹਾਂ ਦੇ ਨਾਰਥ ਈਸਟ ਦੇ ਵਿੱਚ ਵਾਸ਼ਰੂਮ ਹੋਵੇ ਜਾਂ ਨਾਰਥ ਵੈਸਟ 'ਚ ਵਾਸ਼ਰੂਮ ਹੋਵੇ, ਉਹਨਾਂ ਨੂੰ ਨੀਂਦ ਦੀ ਕਾਫੀ ਪ੍ਰੋਬਲਮ ਆਉਂਦੀ ਆ। ਔਰ ਕਈ ਵਾਰ ਜਿਵੇਂ ਹੁਣ ਅੱਜ ਕੱਲ੍ਹ ਟ੍ਰੈਂਡ ਚੱਲ ਪਿਆ ਘਰਾਂ ਦੇ ਵਿੱਚ ਜਿਹੜੇ ਅਟੈਚਡ ਬਾਥਰੂਮ ਹੁੰਦੇ ਆ, ਜੇਕਰ ਅਟੈਚਡ ਬਾਥਰੂਮ ਨਾਰਥ ਈਸਟ 'ਚ ਜਾਂ ਨਾਰਥ ਵੈਸਟ 'ਚ ਹੋਵੇ ਤਾਂ ਇਸ ਨੇ ਨੀਂਦ ਨੂੰ ਪ੍ਰਭਾਵਿਤ ਕਰਨਾ ਹੀ ਹੁੰਦਾ। ਇਸ ਤੋਂ ਇਲਾਵਾ ਜੇਕਰ ਆਪਣੇ ਸੌਣ ਵਾਲੀ ਜਗ੍ਹਾ 'ਤੇ ਬਹੁਤ ਜ਼ਿਆਦਾ ਕਲਟਰ ਪਿਆ ਆ, ਵਾਧੂ ਸਮਾਨ ਜਿਹੜਾ ਆ ਉਹ ਭਰਿਆ ਪਿਆ, ਚਾਹੇ ਬਰੀਫ ਕੇਸਾਂ 'ਚ ਭਰ ਕੇ ਰੱਖਿਆ ਹੋਇਆ ਤੁਸੀਂ ਬੈੱਡਰੂਮ 'ਚ ਜਾਂ ਬੈੱਡ ਦੇ ਥੱਲੇ ਰੱਖਿਆ ਹੋਇਆ, ਜਾਂ ਬਿਜਲੀ ਦਾ ਵਾਧੂ ਸਮਾਨ ਹੈ, ਤਾਂ ਉਹਦੇ ਨਾਲ ਵੀ ਆਪਣਾ ਜਿਹੜਾ ਕਹਿ ਦਿੰਦੇ ਆ ਕਿ ਜੀਓਪੈਥੀ ਜਿਹੜੀ ਹੁੰਦੀ ਆ, ਯਾਨੀ ਉਸ ਥਾਂ ਦੀ, ਉਸ ਧਰਤੀ ਦੀ ਜਿਹੜੀ ਉਹਦਾ ਕਹਿ ਦਿੰਦੇ ਆ ਕਿ ਜੀਓਪੈਥੀ ਸਟ੍ਰੈਸ ਹੋ ਗਿਆ। ਜਿਵੇਂ ਬੰਦੇ ਨੂੰ ਸਟ੍ਰੈਸ ਹੋ ਗਿਆ ਉੱਦਾਂ ਫਿਰ ਵਾਤਾਵਰਨ ਦੇ ਵਿੱਚ ਵੀ ਉਸ ਧਰਤੀ ਨੂੰ ਮੰਨਿਆ ਜਾਂਦਾ ਕਿ ਧਰਤੀ ਵੀ ਉਹ ਬਿਮਾਰ ਹੈ ਜਦੋਂ ਕਿਸੇ ਚੀਜ਼ ਦੀ ਵਾਧ ਘਾਟ ਹੋ ਜਾਂਦੀ ਆ। ਸੋ ਇਹ ਵੀ ਨੀਂਦ ਨੂੰ ਜਿਹੜਾ ਹੈ ਪ੍ਰਭਾਵਿਤ ਕਰਦੀਆਂ ਨੇ ਚੀਜ਼ਾਂ, ਜਿਹੜਾ ਵਾਸਤੂ ਵੀ ਕਰਦਾ ਹੈਗਾ ਪ੍ਰਭਾਵਿਤ। ਸੋ ਹੁਣ ਆਪਾਂ ਦੇਖਾਂਗੇ ਕਿ ਕੀ ਇਸ ਤੋਂ ਬਚਿਆ ਜਾ ਸਕਦਾ ਆ ਜਾਂ ਨਹੀਂ, ਅਸੀਂ ਕੀ ਕੀ ਕਰ ਸਕਦੇ ਹਾਂ ਆਪਣੇ ਨੀਂਦ ਨੂੰ ਵਧੀਆ ਬਣਾਉਣ ਦੇ ਲਈ। ਇਸ ਤੋਂ ਪਹਿਲਾਂ ਕਿ ਆਪਾਂ ਉਪਾਵਾਂ 'ਤੇ ਚਰਚਾ ਕਰੀਏ, ਆਪਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਤੇ ਬਾਕੀ ਗੱਲਬਾਤ ਕਰਾਂਗੇ ਆਪਾਂ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਆਪਾਂ ਅੱਜ ਗੱਲ ਕਰ ਰਹੇ ਹਾਂ ਇਨਸੋਮਨੀਆ ਬਾਰੇ, ਯਾਨੀ ਨੀਂਦ ਨਾ ਆਉਣ ਦੀ ਬਿਮਾਰੀ ਬਾਰੇ। ਕੈਨੇਡਾ ਦੇ ਵਿੱਚ 30 to 50% ਜਿਹੜੇ ਲੋਕ ਨੇ ਉਹ ਇਸ ਬਿਮਾਰੀ ਤੋਂ ਪੀੜਤ ਨੇ, ਔਰ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਹਰੇਕ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਮੈਂਬਰ ਜ਼ਰੂਰ ਹੁੰਦਾ ਆ, ਇੱਕ ਅੱਧਾ ਮੈਂਬਰ ਜਿਸ ਨੂੰ ਇਹ ਪ੍ਰੋਬਲਮ ਹੈ ਜਿਹੜੀ ਉਹ ਜ਼ਰੂਰ ਆਉਂਦੀ ਆ। ਜਦੋਂ ਮੇਨ ਰੀਜ਼ਨ ਆਪਾਂ ਦੇਖਾਂਗੇ, ਕਿਉਂਕਿ ਉਪਾਅ ਬਾਅਦ ਚੋਂ ਦੱਸਾਂਗੇ, ਪਹਿਲਾਂ ਇਹ ਦੇਖੀਏ ਕਿ ਹੋਰ ਕਿਹੜੇ ਕਾਰਨ ਕਰਕੇ ਆਪਾਂ ਨੂੰ ਇਹ ਜਿਹੜੀ ਪ੍ਰੋਬਲਮ ਹੈ ਉਹ ਹੋ ਸਕਦੀ ਆ। ਸਟ੍ਰੈਸ, ਐਂਗਜ਼ਾਇਟੀ ਤੇ ਡਿਪਰੈਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹ ਨੀਂਦ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਉਹ ਪ੍ਰੋਬਲਮ ਚਾਹੇ ਤੁਹਾਨੂੰ ਸਟ੍ਰੈਸ ਆਪਣੀ ਜੌਬ ਦਾ ਹੋਵੇ ਜਾਂ ਆਪਣੀ ਪੜ੍ਹਾਈ ਦਾ ਹੋਵੇ। ਸੋ ਸਟ੍ਰੈਸ ਜਿਹੜਾ ਆ, ਜਦੋਂ ਸਟ੍ਰੈਸ ਲੈਵਲ ਵੱਧ ਜਾਂਦਾ ਤਾਂ ਬੰਦਾ ਫਿਕਰ ਦੇ ਵਿੱਚ ਉਸਨੂੰ ਨੀਂਦ ਨਹੀਂ ਆਉਂਦੀ, ਜਾਂ ਕਈਆਂ ਨੇ ਇੰਨਾ ਜ਼ਿਆਦਾ ਲੋਨ ਲਿੱਤਾ ਹੁੰਦਾ, ਉਹਨਾਂ ਨੂੰ ਲੋਨ ਚੁਕਾਉਣ ਦੀ ਜਿਹੜੀ ਪ੍ਰੋਬਲਮ ਹੈ ਉਹ ਹੁੰਦੀ ਹੈ, ਅਤੇ ਫਿਰ ਵੀ ਨੀਂਦ ਨਹੀਂ ਆਉਂਦੀ ਜਦੋਂ ਪੈਸਾ ਦੇਣਾ ਹੋਵੇ, ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਪ੍ਰੋਬਲਮ ਹੈ ਉਹ ਤੁਹਾਡੇ ਸਟ੍ਰੈਸ ਨੂੰ ਲੈ ਕੇ, ਜਾਂ ਇਹ ਕਹਿ ਲਓ ਵੀ ਤੁਹਾਡੇ ਸਟ੍ਰੈਸ ਦੇ ਵਿੱਚ ਨਾਲ ਰਿਲੇਟਿਡ ਹੋ ਕੇ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ। ਨੀਂਦ ਨਾ ਆਉਣਾ ਜਿੱਥੇ ਇੱਕ ਬਿਮਾਰੀ ਹੈ ਉੱਥੇ ਕਈ ਵਾਰ ਫਾਇਦੇਮੰਦ ਵੀ ਹੁੰਦੀ ਹੈ। ਜੇ ਸਟੂਡੈਂਟਸ ਨੇ, ਜੇ ਉਹਨਾਂ ਨੂੰ ਨੀਂਦ ਘੱਟ ਆਉਂਦੀ ਹੈ ਤਾਂ ਉਹ ਪੜ੍ਹ ਸਕਦੇ ਨੇ, ਜਾਂ ਜਿਹੜੇ ਵੈਸੇ ਹੀ ਪੂਜਾ ਨਾਲ ਜ਼ਿਆਦਾ ਜੁੜੇ ਹੋਏ ਆ ਤਾਂ ਉਹ ਪੂਜਾ ਕਰ ਸਕਦੇ ਆ। ਪਰ ਜਿੱਥੋਂ ਤੱਕ ਬਿਮਾਰੀ ਦਾ ਸੰਬੰਧ ਹੈ, ਬਿਮਾਰੀ ਦੇ ਲਈ ਜਦੋਂ ਆਪਾਂ ਨੂੰ ਲੱਗੇ ਕਿ ਸਾਡੀ ਜਿਹੜੀ ਮੈਂਟਲ ਹੈਲਥ ਆ ਉਹ ਨੀਂਦ ਉਸ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਅਤੇ ਮੈਂਟਲ ਹੈਲਥ ਦੇ ਨਾਲ ਸਾਡੀ ਫਿਜ਼ੀਕਲ ਹੈਲਥ ਵੀ ਖਰਾਬ ਹੁੰਦੀ ਆ। ਤੁਸੀਂ 2 ਰਾਤਾਂ ਸੌਂ ਕੇ ਨਾ ਦੇਖੋ, ਤੀਸਰੇ ਦਿਨ ਤੁਹਾਨੂੰ ਇਹ ਲੱਗੂਗਾ ਕਿ ਤੁਸੀਂ ਅੱਧੇ ਬਿਮਾਰ ਹੋ ਗਏ। ਸੋ ਜੇਕਰ ਆਪਾਂ ਆਪਣੇ ਸਰੀਰ ਨੂੰ ਪੂਰਾ ਤੰਦਰੁਸਤ ਰੱਖਣਾ ਤਾਂ ਨੀਂਦ ਵੀ ਜ਼ਰੂਰੀ ਹੈ। ਪਹਿਲਾਂ ਆਪਾਂ ਨੇ ਵਜ੍ਹਾ ਲੱਭਣੀ ਆ ਕਿ ਨੀਂਦ ਨਾ ਆਉਣ ਦਾ ਕਾਰਨ ਕੀ ਆ। ਸੋ ਪਹਿਲਾਂ ਤਾਂ ਜਦੋਂ ਅਸੀਂ ਜਨਰਲ ਹੈਬਿਟਸ ਦੀ ਗੱਲ ਕੀਤੀ ਸੀ, ਕਈ ਲੋਕਾਂ ਨੂੰ ਇਹ ਹੁੰਦਾ ਕਿ ਸ਼ਾਮ ਨੂੰ ਉਹ ਭਾਰਾ ਖਾਣਾ ਖਾ ਲੈਂਦੇ ਆ, ਜਾਂ ਫਿਰ ਉਹ ਜ਼ਿਆਦਾ ਸ਼ੂਗਰੀ ਫੂਡ, ਮਿੱਠਾ ਫੂਡ ਲੈ ਲੈਂਦੇ ਆ, ਜਿਸ ਨੂੰ ਪਚਾਉਣ ਲਈ ਜਿਹੜਾ ਆ ਜ਼ਿਆਦਾ ਟਾਈਮ ਲੱਗਦਾ ਅਤੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਜਾਂ ਫਿਰ ਜਿਹੜੇ ਫਿਜ਼ੀਕਲ ਵਰਕ ਨਹੀਂ ਕਰਦੇ, ਜਾਂ ਜਿਹਨੂੰ ਲੈਕ ਆਫ ਐਕਸਰਸਾਈਜ਼ ਕਹਿ ਦਿੰਦੇ ਆ, ਉਹਨਾਂ ਨੂੰ ਵੀ ਨੀਂਦ ਘੱਟ ਆਉਂਦੀ ਹੈਗੀ ਆ। ਜਾਂ ਫਿਰ ਬਾਕੀ ਜਿਵੇਂ ਕਹਿ ਦਿਓ ਕੋਈ ਵੀ ਚਿੰਤਾ ਜਿਹੜੀ ਆ ਉਹ ਵੀ ਹੋ ਸਕਦੀ ਆ। ਅਤੇ ਨਾਲ ਹੀ ਆਪਣਾ ਆਲਾ ਦੁਆਲਾ ਜਿਹੜਾ ਕਿ ਆਪਾਂ ਵਾਸਤੂ ਦੇ ਅੰਡਰ ਜਿਹਦੀ ਗੱਲ ਕਰਦੇ ਹੁੰਦੇ ਹਾਂ, ਉਸ ਦਾ ਵੀ ਪ੍ਰਭਾਵ ਜਿਹੜਾ ਉਹ ਨੀਂਦ 'ਤੇ ਪੈਂਦਾ ਆ। ਜਦੋਂ ਜਨਰਲ ਉਪਾਅ ਦੇਖੇ ਜਾਂਦੇ ਨੇ ਤਾਂ ਉਹ ਇਹ ਵੀ ਕਹਿੰਦੇ ਨੇ ਕਿ ਜਦੋਂ ਆਪਾਂ ਸੌਣਾ ਹੈਗਾ ਆ, ਇੱਕ ਟੈਂਪਰੇਚਰ ਜਿਹੜਾ ਆ ਉਹ ਹੱਦੋਂ ਵੱਧ ਡਾਊਨ ਜਾਂ ਹੱਦੋਂ ਵੱਧ ਅਪ ਨਹੀਂ ਹੋਣਾ ਚਾਹੀਦਾ। 21 ਡਿਗਰੀ ਸੈਂਟੀਗ੍ਰੇਡ ਤੋਂ ਥੋੜ੍ਹਾ ਜਿਹਾ ਘੱਟ ਹੀ ਰੱਖਣਾ ਚਾਹੀਦਾ। ਜੇਕਰ ਆਪਣਾ ਰੂਮ ਟੈਂਪਰੇਚਰ ਜ਼ਿਆਦਾ ਹੈਗਾ ਜਾਂ ਬਹੁਤ ਘੱਟ ਹੈਗਾ ਤਾਂ ਵੀ ਨੀਂਦ ਨਹੀਂ ਆਉਂਦੀ। ਦੂਸਰੀ ਗੱਲ, ਸੌਣ ਵੇਲੇ ਉਦੋਂ ਹੀ ਜਾਣਾ ਚਾਹੀਦਾ ਜਦੋਂ ਨੀਂਦ ਆਵੇ। ਇਹ ਨਹੀਂ ਵੀ ਪਹਿਲਾਂ ਜਾ ਕੇ ਪੈ ਜਾਓ ਜਾਂ ਉਨੀ ਦੇਰ ਆਪਣੇ ਆਪ ਨੂੰ ਰੁੱਝੇ ਰੱਖੋ। ਇਹ ਤਾਂ ਅਸੀਂ ਆਮ ਉਪਾਅ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਐਸਟ੍ਰੋਲੋਜੀਕਲੀ ਉਪਾਅ, ਜਿਹਦੇ ਕਰਕੇ ਆਪਾਂ ਇਹ ਐਪੀਸੋਡ ਕਰ ਰਹੇ ਹਾਂ। ਸੋ ਜੋਤਿਸ਼ ਕੀ ਕਹਿੰਦਾ ਇਹਦੇ ਬਾਰੇ 'ਚ। ਹਰੇਕ ਪਲੈਨਟ ਜਿਹੜਾ ਆ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਬ੍ਰੇਕ ਤੋਂ ਪਹਿਲਾਂ, ਕਿ ਸਾਰੇ ਜਿਹੜੇ ਆਲਮੋਸਟ ਗ੍ਰਹਿ ਇਸ ਨੂੰ ਪ੍ਰਭਾਵਿਤ ਕਰਦੇ ਆ। ਹੁਣ ਉਹਨਾਂ ਦਾ ਇਲਾਜ ਆਪਾਂ ਕਿਵੇਂ ਕਰ ਸਕਦੇ ਹਾਂ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਪਲੈਨਟ ਆ ਉਹ ਹਰੇਕ ਪਲੈਨਟ, ਚਾਹੇ ਉਹ ਕੋਈ ਵੀ ਹੋਵੇ, ਕਿਸੇ ਨਾ ਕਿਸੇ ਖਾਨੇ ਦੇ ਵਿੱਚ ਉੱਚਦਾ ਹੁੰਦਾ। ਜਿਵੇਂ ਸੂਰਿਆ ਫਸਟ ਹਾਊਸ 'ਚ ਉੱਚਦਾ ਹੈਗਾ, ਸ਼ਨੀ 7ਵੇਂ ਖਾਨੇ ਉੱਚਦਾ ਹੁੰਦਾ, ਅਤੇ ਮੰਗਲ ਜਿਹੜਾ 10ਵੇਂ ਖਾਨੇ ਉੱਚਦਾ ਹੁੰਦਾ। ਸੋ ਇਸੇ ਤਰ੍ਹਾਂ ਨਾਲ ਅਸੀਂ ਦੇਖ ਸਕਦੇ ਹਾਂ ਕਿ ਕਿਹੜਾ ਪਲੈਨਟ ਜਿਹੜਾ ਆ ਉਹ ਸਾਡੀ ਨੀਂਦ ਨੂੰ ਪ੍ਰਭਾਵਿਤ ਕਰ ਰਿਹਾ। ਜੇਕਰ ਨੀਂਦ ਨਹੀਂ ਆ ਰਹੀ ਤਾਂ ਕਿਸ ਵਜ੍ਹਾ ਨਾਲ ਨਹੀਂ ਆ ਰਹੀ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਮੂਨ ਜਿਹੜਾ ਆ, ਚੰਦਰਮਾ ਆ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈਗਾ ਆਪਣੀ ਨੀਂਦ ਨੂੰ, ਕਿਉਂਕਿ ਸਾਡੇ ਮਨ ਦਾ ਕਾਰਕ ਹੈਗਾ ਆ। ਜੇਕਰ ਸਾਡੇ ਮਨ ਨੂੰ ਸ਼ਾਂਤੀ ਹੈਗੀ ਤਾਂ ਨੀਂਦ ਆਪਣੇ ਆਪ ਟਾਈਮ ਸਿਰ ਜਿਹੜੀ ਆ ਉਹ ਆ ਜਾਣੀ ਹੈ। ਜੇਕਰ ਚੰਦਰਮਾ ਪੀੜਤ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਚੰਦਰਮਾ ਤੋਂ ਆਪਾਂ ਮੋਤੀ ਪਾ ਲਾਂਗੇ ਤਾਂ ਉਹ ਵਧੀਆ ਹੋ ਜਾਊਗਾ। ਕਈ ਵਾਰ ਉਹਨਾਂ ਚੀਜ਼ਾਂ ਦਾ ਦਾਨ ਕਰਨਾ ਪੈਂਦਾ, ਕਈ ਵਾਰ ਪਾਉਣੀਆਂ ਪੈਂਦੀਆਂ, ਪਰ ਆਪਾਂ ਇਹ ਨਹੀਂ ਹੈ ਕਿ ਅੱਖਾਂ ਮੀਚ ਕੇ ਅਸੀਂ ਕੋਈ ਵੀ ਜਿਹੜਾ ਸਟੋਨ ਹੈ ਉਹ ਪਾ ਸਕਦੇ ਹਾਂ। ਹਾਂ, ਨੇੜੇ ਰੱਖ ਸਕਦੇ ਹੋ, ਸੌਣ ਵਾਲੀ ਜਗ੍ਹਾ ਦੇ ਨੇੜੇ ਰੱਖ ਸਕਦੇ ਹੋ। ਪਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਅਲੱਗ-ਅਲੱਗ ਜਿਹੜੇ ਪਲੈਨਟ ਹੈਗੇ ਆ, ਜੇ ਤਾਂ ਤੁਸੀਂ ਕਰਕ ਲਗਨ ਨਾਲ ਸੰਬੰਧਿਤ ਹੈਗੇ ਆ, ਜਿਹੜੇ ਕੈਂਸੇਰੀਅਨ ਹੈਗੇ ਆ, ਤਾਂ ਫਿਰ ਮੋਤੀ ਪਾ ਸਕਦੇ ਆ। ਇਹ ਚੰਦਰਮਾ ਨੂੰ ਉਹ ਕਰਨ ਲਈ ਉਹਦਾ ਲੋਕਟ ਪਾ ਸਕਦੇ ਆ, ਪਰ ਸਾਰੀਆਂ ਰਾਸ਼ੀਆਂ ਨੂੰ ਆਪਾਂ ਨਹੀਂ ਕਹਿ ਸਕਦੇ। ਸੋ ਜੇਕਰ 12ਵੇਂ ਖਾਨੇ ਦੇ ਵਿੱਚ ਚੰਦਰਮਾ ਆ ਤਾਂ
ਦੇਖ ਕੇ ਰਾਸ਼ੀ ਦੇ ਅਨੁਸਾਰ, ਕਿਉਂਕਿ ਜਿਹੜੇ ਕੈਂਸੇਰੀਅਨ ਆ ਉਹਨਾਂ ਨੇ ਚਿੱਟੀਆਂ ਚੀਜ਼ਾਂ ਦਾ ਦਾਨ ਨਹੀਂ ਕਰਨਾ। ਇੱਥੇ ਉਹ ਚੰਦਰਮਾ ਨੂੰ ਹੋਰ ਤਰੀਕੇ ਨਾਲ ਜਿਵੇਂ ਕਹਿ ਦਿਓ ਉਹਦੀ ਸਹਾਇਤਾ ਲੈ ਸਕਦੇ ਆ, ਜਾਂ ਤਾਂ ਉਹ ਪਾ ਸਕਦੇ ਨੇ, ਮੂਨ ਸਟੋਨ ਪਾ ਸਕਦੇ ਆ ਜਾਂ ਮੋਤੀ ਪਾ ਸਕਦੇ ਆ। ਜਿਹੜੇ ਦੂਸਰੀਆਂ ਰਾਸ਼ੀਆਂ ਵਾਲੇ ਆ ਉਹ ਉਹਨਾਂ ਦੇ ਅਕੋਰਡਿੰਗ ਕਰ ਸਕਦੇ ਆ। ਕਈ ਵਾਰ ਚਿੱਟੀਆਂ ਚੀਜ਼ਾਂ ਦਾ ਜਿਹੜਾ ਦਾਨ ਹੈ ਉਹ ਵੀ ਆਪਾਂ ਨੂੰ ਫਲ ਦੇ ਸਕਦਾ ਹੈ। ਇਸੇ ਤਰ੍ਹਾਂ ਨਾਲ ਜਿਹੜੇ ਦੂਸਰੇ ਪਲੈਨਟ ਆ ਉਹ ਜਿਹੜੇ ਖਾਨੇ 'ਚ ਉੱਚਦੇ ਹੈਗੇ ਆ ਉਹਨਾਂ ਨੂੰ ਉੱਥੇ ਪਹੁੰਚਾਉਣ ਲਈ ਅਲੱਗ-ਅਲੱਗ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਆ। ਕਈ ਵਾਰ ਜਿਵੇਂ ਧਾਰਮਿਕ ਸਥਾਨ 'ਤੇ ਚੀਜ਼ਾਂ ਦਾ ਦਾਨ ਕੀਤਾ ਜਾਂਦਾ ਹੈ, ਕਈ ਵਾਰ ਗਰੀਬ ਗੁਰਬਿਆਂ ਦੀ ਮਦਦ ਕੀਤੀ ਜਾ ਸਕਦੀ ਆ। ਜਿਵੇਂ ਜਿਹੜਾ ਰਾਹੂ ਹੈ ਜਦੋਂ 12ਵੇਂ ਖਾਨੇ 'ਚ ਹੋਵੇ ਤਾਂ ਗਰੀਬ ਗੁਰਬਿਆਂ ਦੀ, ਖਾਸ ਕਰਕੇ ਜਿਹੜੇ ਕੋਹੜੀ ਹੁੰਦੇ ਨੇ ਉਹਨਾਂ ਦੀ ਸੇਵਾ, ਜਾਂ ਨਿਰਾਸਰੇ ਜਿਹੜੇ ਹੈਗੇ ਆ, ਅਨਾਥ ਬੱਚੇ ਹੈਗੇ ਆ, ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤਾਂ ਉਹਦੇ ਨਾਲ ਜਿਹੜੇ ਰਾਹੂ ਆ ਉਹ ਪ੍ਰਸੰਨ ਹੁੰਦੇ ਆ। ਇਸ ਤੋਂ ਇਲਾਵਾ ਰਾਹੂ ਦੇ ਲਈ ਇੱਕ ਸਟੋਨ ਜਿਹਨੂੰ ਆਪਾਂ ਗੁਮੇਦ ਕਹਿੰਦੇ ਆ ਜਾਂ ਹੈਸੋਨਾਈਟ, ਉਹ ਵੀ ਪਾਇਆ ਜਾ ਸਕਦਾ ਮਿਡਲ ਫਿੰਗਰ ਦੇ ਵਿੱਚ, ਸੱਜੇ ਹੱਥ ਦੇ ਵਿੱਚ ਜੈਂਟਸ ਤੇ ਲੇਡੀਜ਼ ਖੱਬੇ ਹੱਥ 'ਚ ਪਾਉਂਦੀਆਂ ਨੇ। ਸੋ ਇਹ ਵੀ ਪਾਇਆ ਜਾ ਸਕਦਾ। ਕਈ ਵਾਰ ਸਟੋਨ ਵੀ ਪਾਇਆ ਜਾ ਸਕਦਾ, ਪਰ ਦਾਨ ਹਰੇਕ ਕੋਈ ਕਰ ਸਕਦਾ ਆ ਰਾਹੂ ਦੀਆਂ ਚੀਜ਼ਾਂ ਦਾ, ਕਿਉਂਕਿ ਰਾਹੂ, ਸ਼ਨੀ ਤੇ ਕੇਤੂ ਇਹ 3 ਗ੍ਰਹਿ ਐਸੇ ਆ ਕਿ ਇਹਨਾਂ ਲਈ ਆਪਾਂ ਕੁੰਡਲੀ 'ਚ ਜਿੱਥੇ ਮਰਜ਼ੀ ਬੈਠੇ ਹੋਣ ਇਹ ਛੇਤੀ ਦਾਨ ਨਾਲ ਪ੍ਰਸੰਨ ਹੋ ਜਾਂਦੇ ਆ। ਸੋ ਇਹ ਤਾਂ ਹੈ ਕਿ ਦਾਨ ਜਿਹੜਾ ਕਰਨਾ ਹੈਗਾ ਉਹ ਆਪਣੀ ਕੁੰਡਲੀ ਦੇ ਅਨੁਸਾਰ ਤੇ ਆਪਣੇ ਗ੍ਰਹਿਾਂ ਦੇ ਅਨੁਸਾਰ ਕਰਨਾ ਪੈਂਦਾ। ਜਿਹੜਾ ਗ੍ਰਹਿ ਪੀੜਤ ਕਰ ਰਿਹਾ ਆ ਉਸੇ ਦਾ ਦਾਨ ਜਾਂ ਪਾਠ ਕਰੋਗੇ ਤਾਂ ਉਸਨੇ ਫਲ ਦੇਣਾ। ਇਹ ਤਾਂ ਉਸੇ ਤਰ੍ਹਾਂ ਹੈ ਨਾ, ਜੇ ਹੁਣ ਕਿਸੇ ਨੂੰ ਆਇਰਨ ਦੀ ਘਾਟ ਹੈ ਤਾਂ ਉਹ B ਕੰਪਲੈਕਸ ਲਈ ਜਾਵੇ ਤਾਂ ਉਹਨੂੰ ਉਹ ਫਰਕ ਨਹੀਂ ਪੈਣਾ ਹੈਗਾ। ਇੱਦਾਂ ਹੀ ਜਿਹੜੇ ਜੋਤਿਸ਼ ਆ ਉਹ ਵੀ ਤੁਹਾਨੂੰ ਗਾਈਡ ਕਰਦਾ ਹੈਗਾ ਕਿ ਤੁਹਾਨੂੰ ਕਿਹੜਾ ਜਿਹੜਾ ਪਲੈਨਟ ਹੈ ਉਹ ਕਿੱਥੇ ਚਾਹੀਦਾ ਆ, ਉਹ ਕਿਵੇਂ ਪ੍ਰਭਾਵਿਤ ਕਰ ਰਿਹਾ। ਉਹਦੇ ਲਈ ਤੁਸੀਂ ਦਾਨ ਕਰੋਗੇ ਜਾਂ ਪਾਠ ਕਰੋਗੇ ਜਾਂ ਤੁਸੀਂ ਉਹਦੇ ਲਈ ਕੋਈ ਸਟੋਨ ਪਾ ਸਕਦੇ ਹੋ। ਪਰ ਪਾਠ ਹਰੇਕ ਗ੍ਰਹਿ ਲਈ ਕੀਤਾ ਜਾ ਸਕਦਾ ਆ। ਪਾਠ ਜਿਹੜਾ ਸਭ ਤੋਂ ਜਿਵੇਂ ਕਹਿ ਦਿਓ ਵੀ ਵਧੀਆ ਮੈਥਡ ਆ, ਇਹ ਕਿਤੇ ਵੀ ਕੀਤਾ ਜਾ ਸਕਦਾ ਹੈ। ਭਾਵੇਂ ਕਿ ਮੈਂ ਵੀ ਇਸ ਗੱਲ ਨੂੰ ਮੰਨਦੀ ਹਾਂ ਕਿ ਧਾਰਮਿਕ ਸਥਾਨ 'ਤੇ ਜਾ ਕੇ ਪਾਠ ਕਰਨ ਨਾਲ ਜ਼ਿਆਦਾ ਅਸਰ ਹੁੰਦਾ ਹੈ, ਕਿਉਂਕਿ ਉੱਥੇ ਬਹੁਤ ਸਾਰੇ ਲੋਕ ਪਾਠ ਕਰਦੇ ਆ ਅਤੇ ਉੱਥੇ ਦੀ ਜਿਹੜੀ ਐਨਰਜੀ ਆ, ਉੱਥੇ ਦੀਆਂ ਜਿਹੜੀਆਂ ਵਾਈਬਸ ਨੇ ਉਹ ਬਹੁਤ ਗੁੱਡ ਹੁੰਦੀਆਂ ਨੇ। ਸੋ ਪਾਠ ਵੀ ਕੀਤਾ ਜਾ ਸਕਦਾ ਉਸ ਪਲੈਨਟ ਨਾਲ ਸੰਬੰਧਿਤ। ਘਰ ਬੈਠ ਕੇ ਵੀ ਤੁਸੀਂ ਪਾਠ ਕਰ ਸਕਦੇ ਹੋ, ਦਾਨ ਆਪਣੀ ਕੁੰਡਲੀ ਦੇ ਅਨੁਸਾਰ ਕਰ ਸਕਦੇ ਹੋ, ਅਤੇ ਜਿਹੜੇ ਸਟੋਨ ਆਪਾਂ ਪਾਉਂਦੇ ਆ ਉਹ ਵੀ ਕੁੰਡਲੀ ਦੇ ਅਨੁਸਾਰ ਹੀ ਪਾਉਣੇ ਚਾਹੀਦੇ ਆ। ਅੱਖਾਂ ਮੀਚ ਕੇ ਕੋਈ ਵੀ ਸਟੋਨ ਜਿਹੜਾ ਆ ਉਹ ਆਪਾਂ ਨੂੰ ਨਹੀਂ ਪਾਉਣਾ ਚਾਹੀਦਾ। ਇਸ ਤੋਂ ਇਲਾਵਾ ਜਦੋਂ ਆਪਾਂ ਗੱਲ ਕਰਦੇ ਹਾਂ ਕ੍ਰਿਸਟਲਸ ਦੀ, ਕ੍ਰਿਸਟਲ ਜਿਹੜੇ ਨੇ ਇਹ ਵੀ ਆਪਾਂ ਨੂੰ ਖਣਿਜ ਹੁੰਦੇ ਨੇ, ਇਹ ਮਿਨਰਲਸ ਕਹਿ ਦਿੰਦੇ ਆਪਾਂ, ਧਰਤੀ 'ਚੋਂ ਨਿਕਲਦੇ ਨੇ। ਕਈ ਤਰ੍ਹਾਂ ਦੇ ਖਣਿਜ ਹੈ, ਕੋਈ ਜਿਹੜਾ ਪਾਣੀ 'ਚੋਂ ਆਪਾਂ ਨੂੰ ਪ੍ਰਾਪਤ ਹੁੰਦੇ ਆ, ਕਈ ਧਰਤੀ ਦੇ ਵਿੱਚੋਂ ਪ੍ਰਾਪਤ ਹੁੰਦੇ ਆ। ਈਵਨ ਕਈ ਵਾਰ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਟੁੱਟਣ ਵਾਲੇ ਤਾਰੇ ਹੁੰਦੇ ਆ, ਜਿਹੜੇ ਕੋਮੇਟਸ ਵਗੈਰਾ ਆਉਂਦੇ ਆ ਜਾਂ ਧਰਤੀ 'ਤੇ ਆ ਕੇ ਤਾਰੇ ਟੁੱਟਦੇ ਆ, ਉਹਨਾਂ ਦੀ ਐਸ਼ ਦੇ ਵਿੱਚੋਂ ਵੀ ਕਈ ਤਰ੍ਹਾਂ ਦੇ ਅਜਿਹੇ ਆਪਾਂ ਨੂੰ ਖਣਿਜ ਮਿਲਦੇ ਆ ਜਿਹੜੇ ਕਿ ਧਰਤੀ 'ਤੇ ਵੀ ਨਹੀਂ ਹੁੰਦੇ, ਉਹ ਆਪਣੇ ਵਾਤਾਵਰਨ ਤੋਂ ਆਉਂਦੇ ਆ। ਸੋ ਇਹਦੇ ਵਿੱਚੋਂ ਕਈ ਤਰ੍ਹਾਂ ਦੇ ਖਣਿਜ ਅਜਿਹੇ ਨੇ ਜਿਹੜੇ ਕਿ ਆਪਣੀ ਸਲੀਪ ਨੂੰ ਗੁੱਡ ਬਣਾਉਣ ਦੇ ਲਈ ਸਾਡੀ ਮਦਦ ਕਰ ਸਕਦੇ ਆ। ਪਹਿਲਾਂ ਤਾਂ ਆਪਾਂ ਜਿਵੇਂ ਚੰਦਰਮਾ ਦੀ ਗੱਲ ਕਰੀਏ, ਚੰਦਰਮਾ ਲਈ ਮੂਨ ਸਟੋਨ ਜਿਹੜਾ ਹੈ ਇਹ ਬਹੁਤ ਵਧੀਆ ਹੁੰਦਾ ਹੈ। ਅਤੇ ਮੂਨ ਸਟੋਨ ਦੇ ਲਈ ਛੋਟੇ ਛੋਟੇ ਸਟੋਨ ਵੀ ਆਉਂਦੇ ਆ, ਮੂਨ ਸਟੋਨ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ। ਅਤੇ ਨਾਲ ਹੀ ਅੱਜ ਕੱਲ੍ਹ ਜਿਵੇਂ ਮਾਰਕੀਟ ਦੇ ਵਿੱਚ ਕਈ ਵਾਰ ਬੋਲਸ ਟਾਈਪ ਆ ਜਾਂਦੀਆਂ ਨੇ, ਜਿਵੇਂ ਬੋਲਸ ਬਣੀਆਂ ਹੁੰਦੀਆਂ, ਉਹਨਾਂ ਨੂੰ ਤੁਸੀਂ ਡੈਕੋਰੇਸ਼ਨ ਟਾਈਪ ਹੁੰਦਾ ਆ, ਜਾਂ ਟਰੀਜ਼ ਹੁੰਦੇ ਨੇ ਇੱਦਾਂ ਦੇ ਜਿਨ੍ਹਾਂ 'ਤੇ ਮੋਤੀ ਲੱਗੇ ਹੋ ਸਕਦੇ ਆ, ਜਾਂ ਫਿਰ ਰੁਦਰਾਕਸ਼ ਵੀ ਜਿਹੜੇ ਨੇ ਇਹ ਚੰਦਰਮਾ ਨਾਲ ਸੰਬੰਧਿਤ ਹੈਗੇ ਆ, ਕਿਉਂਕਿ ਇਹਨਾਂ ਦੇ ਵਿੱਚ ਵੀ ਇਲੈਕਟ੍ਰੋਮੈਗਨੈਟਿਕ ਪਾਵਰ ਹੁੰਦੀ ਆ। ਰੁਦਰਾਕਸ਼ ਵੀ ਆਪਣੇ ਆਲੇ ਦੁਆਲੇ ਨੂੰ ਸਾਫ਼ ਸਫਾਈ ਕਰਦੇ ਆ ਅਤੇ ਨੈਗੇਟਿਵਿਟੀ ਘਟਾਉਂਦੇ ਨੇ। ਇਹ ਚੀਜ਼ਾਂ ਜਿਹੜੀਆਂ ਤੁਸੀਂ ਇਹ ਮੂਨ ਨੂੰ ਜ਼ਿਆਦਾ ਪ੍ਰਭਾਵਿਤ ਕਰਨ ਲਈ, ਜਿਨ੍ਹਾਂ ਦਾ ਮੂਨ ਲੱਗਦਾ ਐਫਲਿਕਟਿਡ ਹੈਗਾ ਜਾਂ ਉਹਨਾਂ ਨੂੰ ਮਨ ਦੀ ਸ਼ਾਂਤੀ ਘੱਟ ਹੈਗੀ ਆ, ਸੋ ਜਾਂ ਸਟਰੈਸ 'ਚ ਜ਼ਿਆਦਾ ਨੇ, ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਬੈੱਡ ਸਾਈਡ 'ਤੇ ਰੱਖ ਸਕਦੇ ਆ, ਜਿਹਨੂੰ ਆਪਾਂ ਨਾਈਟ ਟੇਬਲ ਕਹਿ ਦਿੰਦੇ ਹਾਂ। ਨਾਈਟ ਟੇਬਲ 'ਤੇ ਤੁਸੀਂ ਕੁਛ ਵੀ ਰੱਖ ਸਕਦੇ ਹੋ। ਸੋ ਇਹਦੇ ਨਾਲ ਜਿਹੜੀ ਨੀਂਦ ਹੈ ਉਸ ਦੀ ਜਿਹੜੀ ਕੁਆਲਿਟੀ ਆ ਉਹ ਹੌਲੀ ਹੌਲੀ ਸੁਧਰ ਜਾਂਦੀ ਆ। ਇਸ ਤੋਂ ਇਲਾਵਾ ਇੱਕ ਜਿਹੜਾ ਸੈਕਿੰਡ ਮੈਨੂੰ ਲੱਗਦਾ ਕਿ ਵਧੀਆ ਹਾਊਲਾਈਟ ਕਹਿੰਦੇ ਆ ਉਹਨੂੰ,
ਪ੍ਰੋਨਾਊਂਸ ਆਪਾਂ ਕਰਦੇ ਹਾਂ ਹਾਊਲਾਈਟ ਤੇ ਲਿਖਦੇ ਹਾਂ HOWLITE ਹਾਊਲਾਈਟ, ਉਹ ਵੀ ਨੀਂਦ ਨੂੰ ਬਹੁਤ ਵਧੀਆ ਬਣਾ ਸਕਦਾ ਹੈ ਜੇਕਰ ਉਸ ਨਾਲ ਸੰਬੰਧਿਤ ਕੋਈ ਵੀ ਕ੍ਰਿਸਟਲ ਤੁਸੀਂ ਆਪਣੇ ਸਾਈਟ ਤੇ ਰੱਖਦੇ ਹੋ। ਤੇ ਐਮੇਥਿਸਟ ਜਿਹੜਾ ਹੈਗਾ, ਐਮੇਥਿਸਟ ਡਿਟੌਕਸੀਫਿਕੇਸ਼ਨ ਦੇ ਕੰਮ ਵੀ ਆਉਂਦਾ ਹੈ। ਜਿਹੜੇ ਲੋਕ ਜ਼ਿਆਦਾ ਨਸ਼ਾ ਕਰਦੇ ਆ ਫਿਰ ਨਸ਼ਾ ਛੱਡਦੇ ਆ ਤਾਂ ਬਾਡੀ ਡਿਟੌਕਸ ਕਰਨ ਦੇ ਲਈ ਵੀ ਇਹ ਕੰਮ ਕਰਦਾ ਹੈ। ਤੇ ਨਾਲ ਹੀ ਨੈਗੇਟਿਵਿਟੀ ਨੂੰ, ਕਈ ਵਾਰ ਕੀ ਹੁੰਦਾ ਪੁਰਾਣੀਆਂ ਗੱਲਾਂ ਨੂੰ ਯਾਦ ਕਰ ਕਰਕੇ ਬੰਦਾ ਜਿਵੇਂ ਦਿਨੇ ਬਿਜ਼ੀ ਰਹਿੰਦਾ ਤੇ ਰਾਤ ਨੂੰ ਯਾਦ ਆ ਜਾਂਦੀਆਂ ਵੀ ਉਹ ਫਲਾਣੇ ਨੇ ਐ ਕੀਤਾ ਸੀ, ਢਿਮਕੇ ਨੇ ਮੈਨੂੰ ਇੱਦਾਂ ਕਿਹਾ ਸੀ, ਉਹ ਗੱਲਾਂ ਸੋਚ ਕੇ ਨੀਂਦ ਖਰਾਬ ਕਰੀ ਜਾਂਦਾ। ਕਹਿਣ ਕਹਾਉਣ ਵਾਲੇ ਕਦੇ ਦੇ ਕਿੱਥੇ ਚੱਲ ਜਾਂਦੇ ਆ, ਪਰ ਬੰਦਾ ਆਪ ਉਹ ਚੀਜ਼ਾਂ ਸੋਚ ਕੇ ਆਪਣੀ ਨੀਂਦ ਖਰਾਬ ਕਰਦਾ ਤੇ ਉਹ ਗੱਲਾਂ ਉਹਦੇ ਦਿਮਾਗ ਚੋਂ ਨਿਕਲਦੀਆਂ ਨਹੀਂ। ਸੋ ਉਹਦੇ ਲਈ ਜਿਹੜਾ ਐਮੇਥਿਸਟ ਸਟੋਨ ਹੈਗਾ ਇਹ ਬਹੁਤ ਵਧੀਆ, ਇਹਦਾ ਕ੍ਰਿਸਟਲ ਵੀ ਰੱਖ ਸਕਦੇ ਹੋ ਤੇ ਪਹਿਨ ਵੀ ਸਕਦੇ ਹੋ, ਉਹਨੂੰ ਐਜ਼ ਏ ਬ੍ਰੇਸਲੈਟ ਵੀ ਆਪਾਂ ਪਹਿਨ ਸਕਦੇ ਹੁੰਦੇ ਹਾਂ। ਤੇ ਇਸ ਤੋਂ ਇਲਾਵਾ ਜਿਹੜਾ ਪਿੰਕ ਰੋਜ਼ ਕੁਆਰਟਸ ਹੁੰਦਾ, ਇਹ ਗੁਲਾਬੀ ਰੰਗ ਦਾ ਜਿਹੜਾ ਹੁੰਦਾ, ਤਾਂ ਇਹ ਵੀ ਆਪਣੇ ਜਿਹੜੇ ਵਾਤਾਵਰਨ ਨੂੰ ਆਲੇ ਦੁਆਲੇ ਸਾਫ਼ ਰੱਖਦਾ ਆ, ਉਸ ਨੂੰ ਠੰਡਾ ਰੱਖਦਾ ਆ, ਵਧੀਆ ਵਾਤਾਵਰਨ ਬਣਾਉਂਦਾ। ਇਹਦੇ ਨਾਲ ਜਿਹੜੀ ਨੀਂਦ ਹੈ ਉਹ ਵਧੀਆ ਆਉਂਦੀ ਹੈ। ਸੋ ਇੱਕ ਤਰ੍ਹਾਂ ਨਾਲ ਆਪਾਂ ਕਹੀਏ ਕਿ ਪੋਜ਼ਿਟਿਵਿਟੀ ਦਿੰਦਾ ਹੈਗਾ। ਸੋ ਹੋਰ ਵੀ ਕਈ ਇੱਦਾਂ ਦੇ ਕ੍ਰਿਸਟਲ ਹੈਗੇ ਆ ਜਿਹੜੇ ਆਪਣੀ ਨੀਂਦ ਨੂੰ ਵਧੀਆ ਆਪਾਂ ਉਹਦੀ ਕੁਆਲਿਟੀ ਕਰ ਸਕਦੇ ਹਾਂ। ਤੇ ਨਾਲ ਹੀ ਬੀਮ ਥੱਲੇ ਨਹੀਂ ਸੋਣਾ ਚਾਹੀਦਾ। ਕਈ ਵਾਰ ਆਮ ਕਰਕੇ ਜਿਹੜੀ ਬੀਮ ਹੁੰਦੀ ਹੈ ਛੱਤ 'ਤੇ, ਜੇਕਰ ਬੈੱਡ ਉਹਦੇ ਥੱਲੇ ਹੈਗਾ ਆ ਤਾਂ ਵੀ ਨੀਂਦ ਨੂੰ ਪ੍ਰਭਾਵਿਤ ਹੁੰਦਾ। ਤੇ ਸਿਰ ਵੀ ਸੌਣ ਲੱਗੇ ਜਿਹੜਾ ਹੈ ਵਾਸਤੂ ਅਨੁਸਾਰ ਉਹ ਸਾਊਥ ਵੱਲ ਜਾਂ ਈਸਟ ਵੱਲ ਹੋਣਾ ਚਾਹੀਦਾ। ਸਾਊਥ ਵੱਲ ਜਦੋਂ ਸਿਰ ਹੁੰਦਾ ਤਾਂ ਜਿਹੜਾ ਸਾਡਾ ਸਿਸਟਮ ਹੈ, ਜਿਹੜਾ ਸਾਡੀ ਬਾਡੀ ਹੈ, ਉਹ ਧਰਤੀ ਦੀ ਜਿਹੜਾ ਜਿਵੇਂ ਕਹਿ ਦਿਓ ਉਹਦੇ ਮੈਗਨੈਟਿਕ ਫੀਲਡ ਦੇ ਅਨੁਸਾਰ ਜਿਹੜੀ ਆ ਉਹ ਕੰਮ ਕਰਦੀ ਹੈ ਤੇ ਉਹਦੇ ਨਾਲ ਸਾਡੇ ਸਿਸਟਮ ਹੈ ਜਿਹੜੇ ਉਹ ਵਧੀਆ ਚੱਲਦੇ ਨੇ। ਉਹਦੇ ਨਾਲ ਜਿਹੜਾ ਫਲੋ ਹੈਗਾ ਬਲੱਡ ਦਾ ਉਹ ਸਾਡੀ ਬਾਡੀ ਦੇ ਵਿੱਚ ਵਧੀਆ ਹੁੰਦਾ ਆ। ਇਹ ਜਿਹੜੇ ਨਾਲ ਇਹ ਹੈਗਾ ਕਿ ਵਾਸਤੂ ਇਹ ਵੀ ਕਹਿੰਦਾ ਕਿ ਕਲਰ ਜਿਹੜੇ ਨੇ ਉਹ ਬਹੁਤੇ ਬਰਾਈਟ ਨਹੀਂ ਹੋਣੇ ਚਾਹੀਦੇ ਕਮਰੇ ਦੇ ਵਿੱਚ। ਜਦੋਂ ਆਪਾਂ ਬਹੁਤ ਜ਼ਿਆਦਾ ਬਰਾਈਟ ਕਲਰ ਕਰ ਲੈਂਦੇ ਹਾਂ, ਖਾਸ ਕਰਕੇ ਲਾਲ ਰੰਗ ਜਿਹੜਾ ਆ ਐਂਗਜ਼ਾਇਟੀ ਦਿੰਦਾ ਆ। ਕਈ ਵਾਰ ਦੇਖਣ ਨੂੰ ਸੋਹਣੇ ਲੱਗਦੇ ਆ ਉਹ ਗੂੜੇ ਰੰਗ, ਬੰਦੇ ਨੂੰ ਲੱਗਦਾ ਦਿਨੇ ਚੰਗੇ ਲੱਗਦੇ ਆ ਪਰ ਰਾਤ ਨੂੰ ਨੀਂਦ ਜਿਹੜੀ ਆ ਉਹ ਉਡਾ ਦਿੰਦੇ ਨੇ। ਬਰਾਊਨ ਕਲਰ ਨਹੀਂ ਕਰਨਾ ਚਾਹੀਦਾ ਕਦੇ ਵੀ ਬੈੱਡਰੂਮ 'ਚ, ਕਿਉਂਕਿ ਉਹਦੇ ਨਾਲ ਜਿਹੜਾ ਰਾਹੂ ਪ੍ਰਭਾਵਿਤ ਹੋ ਜਾਂਦਾ। ਇਸ ਤੋਂ ਇਲਾਵਾ ਜਿੰਨੀਆਂ ਵੀ ਬਿਜਲੀ ਦਾ ਸਮਾਨ ਹੁੰਦਾ, ਆਪਾਂ ਇਲੈਕਟ੍ਰੀਕਲ ਅਪਲਾਇੰਸਿਸ ਕਹਿ ਦਿੰਦੇ ਹਾਂ ਜਾਂ ਇਲੈਕਟ੍ਰੀਕਲ ਸਟੱਫ ਕਹਿ ਦਿੰਦੇ ਹਾਂ, ਜੋ ਵੀ ਹੈਗੇ ਆਪਣੇ, ਚਾਹੇ ਕੰਪਿਊਟਰ ਹੈ, ਲੈਪਟਾਪ ਹੈ, ਇਹ ਜਿੰਨਾ ਕੁ ਤੁਸੀਂ ਯੂਜ਼ ਕਰਨਾ ਹੈਗਾ ਆ, ਪਹਿਲੀ ਗੱਲ ਤਾਂ ਘੱਟ ਤੋਂ ਘੱਟ ਸਮਾਨ ਰੱਖੋ ਉਹ ਆਪਣੇ ਬੈੱਡਰੂਮ ਦੇ ਵਿੱਚ। ਕਈ ਵਾਰ ਬੈੱਡਰੂਮ 'ਚ ਟੀਵੀ ਵੀ ਹੁੰਦਾ, ਲੈਪਟਾਪ ਵੀ ਹੁੰਦਾ, ਪੁਰਾਣਾ ਲੈਪਟਾਪ ਖਰਾਬ ਹੋਇਆ ਉਹ ਵੀ ਉੱਥੇ ਤੁਰਿਆ ਫਿਰਦਾ, 10-12 ਬੈਟਰੀਆਂ ਉੱਥੇ ਤੁਰੀਆਂ ਫਿਰਦੀਆਂ, ਬੱਚਿਆਂ ਦੇ ਟੁੱਟੇ ਹੋਏ ਖਿਡੌਣੇ ਉੱਥੇ ਤੁਰੇ ਫਿਰਦੇ ਆ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਰਾਹੂ ਤੇ ਕੇਤੂ ਨੂੰ ਪਾਵਰਫੁਲ ਕਰ ਦਿੰਦੀਆਂ ਨੇ। ਸੋ ਉਹ ਚੀਜ਼ਾਂ ਪਹਿਲਾਂ ਤਾਂ ਉਹ ਹਟਾਓ, ਕਿਉਂਕਿ ਜਿਹੜੇ ਇਲੈਕਟ੍ਰੀਕਲ ਅਪਲਾਇੰਸਿਸ ਹੁੰਦੇ ਆ ਨਾ, ਇਹਨਾਂ ਦੇ ਵਿੱਚ ਜਿਹੜੀ ਮੈਟਲ ਦੇ ਨਾਲ ਟਾਂਕਾ ਲੱਗਦਾ ਆ, ਜੁਆਇੰਟ ਲਾਉਂਦੇ ਨੇ, ਤਾਂ ਉਹ ਜਿਹੜੀ ਮੈਟਲ ਹੈਗੀ ਆ ਉਹ ਰਾਹੂ ਦਾ ਪ੍ਰਭਾਵ ਦਿੰਦੀ ਆ। ਇਸੇ ਕਰਕੇ ਜਿੱਥੇ ਜਿਹੜੀਆਂ ਹਾਈ ਪਾਵਰ ਵਾਲੀਆਂ ਵਾਇਰਸ ਲੰਘਦੀਆਂ ਨੇ ਉੱਥੇ ਥੱਲੇ ਰਹਿਣ ਵਾਲਿਆਂ ਦੀ ਜਿਹੜੀ ਮਾਨਸਿਕ ਹਾਲਤ ਆ ਉਹ ਬਹੁਤੀ ਗੁੱਡ ਨਹੀਂ ਹੁੰਦੀ, ਔਰ ਕਈ ਵਾਰ ਕੈਂਸਰ ਵਰਗੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਹੁੰਦੀਆਂ। ਉਹੀ ਮਟੀਰੀਅਲ ਜਿਹੜਾ ਬਿਜਲੀ ਦੇ ਸਮਾਨ ਦੇ ਵਿੱਚ ਯੂਜ਼ ਹੁੰਦਾ ਆਲੇ ਦੁਆਲੇ ਆਪਣੇ ਪਿਆ ਰਹਿੰਦਾ ਤੇ ਅਸੀਂ ਸੋਚਦੇ ਨਹੀਂ ਕਿ ਇਹ ਸਾਨੂੰ ਕਿੰਨੀ ਕੁ ਨੈਗੇਟਿਵਿਟੀ ਦੇ ਰਿਹਾ ਆ। ਸੋ ਆਪਣਾ ਜਿਹੜਾ ਬੈੱਡਰੂਮ ਹੈਗਾ, ਸੌਣ ਵਾਲੀ ਜਗ੍ਹਾ, ਉਹ ਬਿਲਕੁਲ ਵਾਸਤੂ ਦੇ ਅਨੁਸਾਰ ਬੈੱਡ ਇੱਦਾਂ ਦਾ ਕਿ ਤੁਹਾਡਾ ਜਿਹੜਾ ਸਿਰ ਹੈਗਾ ਉਹ ਸੌਣ ਲੱਗੇ ਸਾਊਥ ਵੱਲ ਜਾਂ ਈਸਟ ਵੱਲ ਹੋਵੇ, ਤਾਂ ਕਿ ਬਲੱਡ ਫਲੋ ਵਧੀਆ ਰਹੇ, ਬਲੱਡ ਪ੍ਰੈਸ਼ਰ ਵਧੀਆ ਰਹੇ। ਕਲਰ ਉਹਦੇ ਠੀਕ ਰੱਖੋ, ਮਾਈਲਡ ਜੇ ਕਲਰ ਰੱਖੋ, ਬੜੇ ਲਾਈਟ ਜੇ ਸੌਫਟ ਜੇ ਕਲਰ, ਔਰ ਵਾਧੂ ਜਿਹੜੀਆਂ ਲਾਈਟਾਂ ਨੇ, ਬਰਾਈਟ ਲਾਈਟਸ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਫਿਰ ਉਹਦੇ ਨਾਲ ਵੀ ਜਿਹੜੀ ਨੀਂਦ ਆ ਉਹ ਬਾਰ-ਬਾਰ ਜਿਹੜੀ ਖਰਾਬ ਹੁੰਦੀ ਹੈ। ਇਹ ਤਾਂ ਸੀ ਵਾਸਤੂ ਦੀ ਗੱਲ। ਔਰ ਨਾਲ ਇੱਕ ਪਲੱਸ ਪੁਆਇੰਟ ਹੋਰ ਕਿ ਕਦੇ ਵੀ ਜਦੋਂ ਰਾਤ ਨੂੰ ਸੌਣ ਲੱਗੇ ਕੰਬਲ ਦਾ ਘੱਟ ਯੂਜ਼ ਕਰੋ, ਡੂਵੇ ਲਿਆ ਕਰੋ, ਉਹ ਵਧੀਆ ਰਹਿੰਦਾ। ਕੁਇਲਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜੀ ਆਮ ਰਜਾਈ ਹੁੰਦੀ ਆ, ਜਿਹੜਾ ਕੰਬਲ ਹੈਗਾ ਉਹ ਵੀ ਰਾਹੂ ਦੇ ਪ੍ਰਭਾਵ ਨੂੰ ਵਧਾਉਂਦਾ। ਔਰ ਨਾਲ ਹੀ ਕਮਰੇ 'ਚ ਲੱਗਿਆ ਸ਼ੀਸ਼ਾ। ਕਈ ਵਾਰ ਵੱਡੇ ਡਰੈਸਰ ਪਏ ਹੁੰਦੇ ਆ ਬੈੱਡਰੂਮ ਦੇ ਵਿੱਚ, ਉਹਦੇ ਤੋਂ, ਸ਼ੀਸ਼ੇ ਤੋਂ ਜਿਹੜੀ ਲਾਈਟ ਰਿਫਲੈਕਟ ਹੋ ਕੇ ਬਾਡੀ 'ਤੇ ਵਾਪਸ ਆਉਂਦੀ ਹੈ, ਉਹਦੇ ਨਾਲ ਸਰੀਰ ਦੇ ਵਿੱਚ ਤੁਸੀਂ ਕਦੇ ਦੇਖ ਲਿਓ ਜਿਨ੍ਹਾਂ ਦੇ ਬੈੱਡਰੂਮ 'ਚ ਸ਼ੀਸ਼ਾ ਹੈਗਾ
ਜਿੰਨਾ ਹਿੱਸਾ ਤੁਹਾਡਾ ਉਸ ਸ਼ੀਸ਼ੇ ਦੇ ਵਿੱਚ ਦਿਸਦਾ ਆ ਉਹਦੇ ਵਿੱਚ ਪੇਨਸ ਸਟਾਰਟ ਹੋ ਜਾਂਦੀਆਂ ਨੇ, ਕਿਉਂਕਿ ਉਹ ਤੋਂ ਜਿਹੜੀ ਲਾਈਟ ਰਿਫਲੈਕਟ ਹੋ ਕੇ ਬਾਡੀ ਤੇ ਪੈਂਦੀ ਹੈ। ਸੋ ਚੰਗੀ ਗੱਲ ਇਹ ਹੈ ਕਿ ਬੈੱਡਰੂਮ 'ਚ ਪਹਿਲੀ ਗੱਲ ਤਾਂ ਸ਼ੀਸ਼ਾ ਹੋਣਾ ਨਹੀਂ ਚਾਹੀਦਾ, ਪਰ ਡਰੈਸਰਸ ਦਾ ਕਿਉਂਕਿ ਫੈਸ਼ਨ ਹੈ ਤਾਂ ਫਿਰ ਉਹਨੂੰ ਕਵਰ ਕਰਕੇ ਰੱਖਿਆ ਕਰੋ। ਜਦੋਂ ਯੂਜ਼ ਕਰ ਲਿਆ ਤਾਂ ਠੀਕ ਆ, ਉਸ ਤੋਂ ਬਾਅਦ ਕਵਰ ਕਰ ਸਕਦੇ ਹੋ, ਕਿਉਂਕਿ ਕਈ ਵਾਰ ਸਿਆਣਿਆਂ ਨੂੰ ਇਹ ਪ੍ਰੋਬਲਮ ਇੰਨਾ ਨਹੀਂ ਦੁਖਦਾਈ ਹੁੰਦੀ, ਸਟੂਡੈਂਟਸ ਨੂੰ, ਬੱਚਿਆਂ ਨੂੰ, ਜਿਹੜੀ ਉਹਨਾਂ ਦੀ ਪੜ੍ਹਨ ਦੀ ਉਮਰ ਹੁੰਦੀ ਹੈ, ਜਦੋਂ ਉਹਨਾਂ ਦੇ ਕਮਰੇ ਦਾ ਵਾਸਤੂ ਖਰਾਬ ਹੈ, ਉਹਨਾਂ ਦੇ ਕਲਰ ਖਰਾਬ ਨੇ ਜਾਂ ਉਹਨਾਂ ਦੀਆਂ ਈਟਿੰਗ ਹੈਬਿਟਸ ਖਰਾਬ ਹੈ, ਉਹ ਰਾਤ ਦੇਰ ਤੱਕ ਜਾਗਦੇ ਆ, ਤਾਂ ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਸੋਸ਼ਲ ਮੀਡੀਆ ਨਾਲ ਜੁੜ ਕੇ ਜਾਂ ਨੀਂਦ ਨਾਲ ਜਦੋਂ ਉਹਨਾਂ ਨੂੰ ਅਨੀਂਦਰੇ ਦੀ ਬਿਮਾਰੀ ਹੋ ਜਾਂਦੀ ਆ ਜਾਂ ਆਪਾਂ ਕਹਿ ਲਈਏ ਇਨਸੋਮਨੀਆ ਹੋ ਜਾਂਦਾ, ਤਾਂ ਫਿਰ ਉਹਨਾਂ ਦਾ ਧਿਆਨ ਗਲਤ ਪਾਸੇ ਜਾਂਦਾ। ਪੜ੍ਹਾਈ ਕਰਨ ਦੀ ਬਜਾਏ ਉਹਨਾਂ ਨੂੰ ਫਿਰ ਐਂਗਜ਼ਾਇਟੀ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਉਸੇ ਐਂਗਜ਼ਾਇਟੀ ਦੀ ਉਹ ਕੌਜ਼ ਤਾਂ ਉੱਥੇ ਹੈਗਾ ਅਨੀਦਰਾ, ਅਤੇ ਉਹ ਫਿਰ ਉਹ ਨੀਂਦ ਲੱਭਦੇ ਨੇ ਜਾ ਕੇ ਕਿਸੇ ਮਾੜੇ ਮੋਟੇ ਕੁਛ ਖਾਣ ਪੀਣ ਦੇ ਵਿੱਚ, ਜਿਹੜੀ ਗਲਤ ਖਾਣ ਪੀਣ ਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਕੁਛ ਨਾ ਕੁਛ ਫਿਰ ਉਹ ਆਪਣਾ ਆਸਰਾ ਜਿਹੜਾ ਹੈਗਾ ਆ ਉਹ ਨਸ਼ੇ ਵਾਲੀਆਂ ਚੀਜ਼ਾਂ 'ਚ ਲੈਂਦੇ ਆ। ਸੋ ਉਹਦਾ ਰੂਟ ਕਾਜ਼ ਜਿਹੜੀ ਨੀਂਦ ਵੀ ਹੋ ਸਕਦੀ ਹੈ। ਸੋ ਪਹਿਲਾਂ ਤਾਂ ਬੈੱਡਰੂਮ ਦਾ ਵਾਸਤੂ ਠੀਕ ਰੱਖੋ, ਉਸ ਤੋਂ ਬਾਅਦ ਆਪਣੀਆਂ ਈਟਿੰਗ ਹੈਬਿਟਸ ਵੀ ਠੀਕ ਰੱਖੋ, ਅਤੇ ਜਿਹੜੇ ਵੀ ਗ੍ਰਹਿ ਤੁਹਾਡੀ ਆਪਣੀ ਕੁੰਡਲੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਪ੍ਰਭਾਵਿਤ ਕਰ ਰਹੇ ਆ, ਉਹਨਾਂ ਦਾ ਆਪਾਂ ਉਪਾਅ ਕਰ ਸਕਦੇ ਹਾਂ। ਪਾਠ ਤਾਂ ਇੰਨਾ ਕਿ ਕੋਈ ਵੀ ਕਰ ਸਕਦਾ। ਚੰਦਰਮਾ ਦਾ ਜਿਹੜਾ ਪਾਠ ਹੈ ਉਹ ਸਭ ਤੋਂ ਵੱਧ ਫਲਦਾਈ ਹੁੰਦਾ। ਸੋ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਚਿੱਟੀਆਂ ਚੀਜ਼ਾਂ ਰੱਖਣ, ਪਾਉਣ ਜਾਂ ਦਾਨ ਕਰਨ, ਇਹ ਤਾਂ ਉਹਨਾਂ ਦੇ ਟੇਵੇ ਤੋਂ ਪਤਾ ਲੱਗ ਸਕਦਾ, ਪਰ ਪਾਠ ਹਰ ਕੋਈ ਕਰ ਸਕਦਾ। ਓਮ ਸ਼੍ਰਾਮ ਸ਼੍ਰੀਮ ਸ਼੍ਰੋਮ ਸਹਿ ਚੰਦਰਾਏ ਨਮः ਚੰਦਰਮਾ ਦਾ ਪਾਠ ਹੈ। ਸੋ ਓਮ ਮੂਲ ਮੰਤਰ ਹੈ, ਸ਼੍ਰਾਮ ਸ਼੍ਰੀਮ ਸ਼੍ਰੋਮ ਬੀਜ ਮੰਤਰ ਹੈ, ਸਹਿ ਮੈਨੇ ਹੁੰਦਾ ਸਹਾਇਤਾ, ਚੰਦਰਮਸੇ ਜਾਂ ਚੰਦਰਾਏ ਚੰਦਰਮਾ, ਨਮः ਮੀਨਸ ਨਮਸਕਾਰ। ਸੋ ਬੜਾ ਸਿੰਪਲ ਪਾਠ ਹੈਗਾ, ਇਹ ਕੋਈ ਵੀ ਕਰ ਸਕਦਾ। ਔਰ ਕਦੇ ਵੀ ਇਸ ਨੂੰ ਜਦੋਂ ਆਪਾਂ ਪਾਠ ਕਰਦੇ ਹਾਂ ਇਹਦੇ ਨਾਲ ਸਾਡਾ ਔਰਾ ਇੰਪਰੂਵ ਹੁੰਦਾ। ਹਰੇਕ ਪਾਠ ਜਦੋਂ ਅਸੀਂ ਕਰਦੇ ਹਾਂ ਤਾਂ ਇਹ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਐਕਟੀਵੇਟ ਕਰਦਾ। ਜਦੋਂ ਤੁਸੀਂ ਇਸ ਪਾਠ ਨੂੰ ਲਗਾਤਾਰ ਕਰੋਗੇ ਤਾਂ ਇਹਦੇ ਨਾਲ ਜਿਹੜਾ ਮਾਈਂਡ ਆ ਉਹ ਰਿਲੈਕਸ ਹੋਣਾ ਸ਼ੁਰੂ ਹੋ ਜਾਂਦਾ। ਬਾਕੀ ਤੁਸੀਂ ਮੈਡੀਟੇਸ਼ਨ 'ਚ ਜੇ ਬਿਲੀਵ ਕਰਦੇ ਹੋ, ਮੈਡੀਟੇਸ਼ਨ ਵੀ ਕਰ ਸਕਦੇ ਹੋ। ਜਿਹੜੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਉਸ ਦਾ ਮੰਤਰ ਜਾਪ, ਪਰ ਉਹ ਮੰਤਰ ਜਿਵੇਂ ਆਪਾਂ ਨੂੰ ਧਰਮ ਦੇ ਅਨੁਸਾਰ ਦੱਸਿਆ ਗਿਆ ਉਹਨੂੰ ਉਸੇ ਤਰੀਕੇ ਨਾਲ ਕਰਨਾ। ਕਈ ਵਾਰ ਕੀ ਹੈਗਾ, ਅੱਜ ਕੱਲ੍ਹ ਜਿਵੇਂ ਕਹਿ ਦਿਓ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ, ਹਰ ਕੋਈ ਬੰਦਾ ਜਿਵੇਂ ਆਪਣੇ ਆਪਣੇ ਅਲੱਗ-ਅਲੱਗ ਤਰੀਕਿਆਂ ਨਾਲ ਮੈਡੀਟੇਸ਼ਨ ਕਰਾਉਣ ਲੱਗਿਆ। ਜਦੋਂ ਮੈਡੀਟੇਸ਼ਨ ਕਰਦੇ ਆ ਇਹਦਾ ਵੀ ਇੱਕ ਸਿਸਟਮ ਹੁੰਦਾ। ਸੋ ਜੇ ਕੁਛ ਵੀ ਨਹੀਂ ਆਉਂਦਾ ਤਾਂ ਸਿਰਫ ਅੱਖਾਂ ਮੀਚ ਕੇ ਹੀ ਬਹਿ ਜਾਓ। ਤੁਸੀਂ ਆਪਣੇ ਆਪ ਬਾਰੇ ਹੀ ਸੋਚੋ ਕਿ ਹਾਂ ਮੈਂ ਕੀ ਕਰਨਾ, ਕਿੱਥੇ ਮੈਂ ਪਿੱਛੇ ਰਹਿ ਗਿਆ, ਕਿੱਥੇ ਮੈਂ ਅੱਗੇ ਹੋਰ ਮਿਹਨਤ ਕਰਨੀ ਆ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਵੀ ਜੇ ਤੁਸੀਂ 10 ਮਿੰਟ ਆਪਣੇ ਆਪ ਨਾਲ ਵੀ ਗੱਲ ਕਰ ਲੈਂਦੇ ਹੋ, ਇਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ। ਸੋ ਇਸੇ ਦੇ ਨਾਲ ਮੈਨੂੰ ਲੱਗਦਾ ਆ ਕਿ ਆਪਾਂ ਇਹ ਇਨਸੋਮਨੀਆ ਜਿਹੜਾ ਹੈਗਾ ਆ, ਜਿਨ੍ਹਾਂ ਨੂੰ ਇਹ ਬਿਮਾਰੀ ਹੈਗੀ ਆ, ਉਹਨਾਂ ਨੇ ਇਹ ਐਪੀਸੋਡ ਹੈਲਪ ਉਹਨਾਂ ਦੀ ਜ਼ਰੂਰ ਕਰੂਗਾ। ਬਾਕੀ YouTube 'ਤੇ ਵੀ ਇਹ ਸਾਰੇ ਐਪੀਸੋਡ ਪਾਏ ਹੋਏ ਆ। ਇਸ ਤੋਂ ਇਲਾਵਾ ਜਿਹੜੀ ਮੇਰੀ ਵੈਬਸਾਈਟ ਆ ਉਹਦੇ 'ਤੇ ਵੀ ਕਾਫੀ ਜ਼ਿਆਦਾ ਜਿਹੜਾ ਮਟੀਰੀਅਲ ਮੈਂ ਪਾ ਦਿੰਦੀ ਹਾਂ ਲਿਖ ਕੇ। ਸੋ ਇਸੇ ਦੇ ਨਾਲ ਤੁਹਾਡੇ ਕੋਲੋਂ ਅੱਜ ਆਗਿਆ ਚਾਹੁੰਦੀ ਹਾਂ। ਧੰਨਵਾਦ, ਸਤਿ ਸ਼੍ਰੀ ਅਕਾਲ।